ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ 8ਵਾਂ ਚੈਪਟਰ ਰਿਸਪੈਕਟਿੰਗ ਦ ਸਕੂਲ ਰੂਲਸ ਐਂਡ ਰੈਗੂਲੇਸ਼ਨਸ ਸਕੂਲ ਦੇ ਨਿਯਮਾਂ ਦਾ सम्मान ਕਰਨਾ। Today's small meaningful acts will definitely assure your success in life. ਅੱਜ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਕੰਮ ਹੈਗੇ ਨੇ, ਕਿਰਿਆਵਾਂ ਹੈਗੀਆਂ ਨੇ, ਉਹ ਨਿੱਜੀ ਤੌਰ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਫਲ ਬਣਾਉਣ ਦੇ ਵਿੱਚ ਮਦਦ ਕਰਨਗੀਆਂ। Introduction. Rules and regulations are necessary for the smooth running of every institution. ਹਰ ਸੰਸਥਾ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਨਿਯਮਾਂ ਦਾ ਹੋਣਾ ਬਹੁਤ ਜ਼ਰੂਰੀ ਹੈਗਾ। Either we are in a playground or a family, neighborhood or school. ਜੇਕਰ ਆਪਾਂ ਖੇਡ ਦੇ ਮੈਦਾਨ ਵਿੱਚ ਹੈਗੇ ਆ, ਪਰਿਵਾਰ ਨਾਲ ਹੈਗੇ ਆ, ਆਂਢ ਗੁਆਂਢ ਵਿੱਚ ਹੈਗੇ ਆ, ਸਕੂਲ ਦੇ ਵਿੱਚ ਹੈਗੇ ਆ, if rules and regulations are not followed there will be great chaos ਦਾ ਮਤਲਬ ਆਪਾਂ ਕਹਿ ਸਕਦੇ ਹਾਂ ਗੜਬੜ ਹੋ ਜੂਗੀ। ਜੇਕਰ ਆਪਾਂ ਨਿਯਮਾਂ ਦਾ ਪਾਲਣ ਕਿਤੇ ਵੀ ਨਹੀਂ ਕਰਦੇ ਤਾਂ ਪੂਰੀ ਗੜਬੜ ਹੋ ਜਾਂਦੀ ਹੈ। if we are playing a game without any rule or regulation, ਜੇਕਰ ਆਪਾਂ ਕੋਈ ਖੇਡ ਵੀ ਖੇਡਦੇ ਆ ਨਿਯਮਾਂ ਤੋਂ ਬਗੈਰ, just imagine what sort of game it will be. ਤਾਂ ਫਿਰ ਤੁਸੀਂ ਸੋਚੋ ਵੀ ਕਿਹੋ ਜੀ ਗੇਮ ਜਾਂ ਖੇਡ ਬਣ ਜੂਗੀ। Similarly, if there are no rules in schools, ਉਵੇਂ ਹੀ ਜੇਕਰ ਸਕੂਲਾਂ ਵਿੱਚ ਨਿਯਮ ਨਹੀਂ ਹੋਣਗੇ, how can discipline be maintained? ਤਾਂ ਫਿਰ ਆਪਾਂ ਅਨੁਸ਼ਾਸਨ ਕਿਵੇਂ ਕਾਇਮ ਰੱਖਾਂਗੇ? Childhood and adolescence are the foundation stages of life. ਬਚਪਨ ਤੇ ਜਿਹੜੀ ਵੱਡੀ ਉਮਰ ਹੁੰਦੀ ਹੈ, ਬਚਪਨ ਤੋਂ ਜਦ ਆਪਾਂ ਜਵਾਨ ਹੋ ਜਾਂਦੇ ਆ, ਉਹ ਸਾਡੇ ਜੀਵਨ ਦੇ ਮੁੱਢਲੇ ਆਪਾਂ ਕਹਿ ਸਕਦੇ ਹਾਂ ਪੜਾਅ ਹੈਗੇ ਨੇ। If the habit of maintaining discipline and following rules is not developed during these stages, then a person faces ample problems in the future life. ਤੇ ਜੇਕਰ ਚਾਈਲਡਹੁੱਡ ਬਚਪਨ ਦੇ ਵਿੱਚ ਜਾਂ ਜਵਾਨੀ ਵਿੱਚ ਸਾਨੂੰ ਇਹ ਆਦਤ ਨਹੀਂ ਪਾਈ ਜਾਂਦੀ ਵੀ ਆਪਾਂ ਨਿਯਮਾਂ ਦਾ ਪਾਲਣ ਕਰਨਾ ਹੈਗਾ ਜਾਂ ਆਪਾਂ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ, ਤਾਂ ਫਿਰ ਸਾਨੂੰ ਅੱਗੇ ਜਾ ਕੇ ਜ਼ਿੰਦਗੀ ਵਿੱਚ ਐਂਪਲ ਯਾਨੀ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੀਅਰ ਸਟੂਡੈਂਟਸ, ਯੂ ਨੋ ਸਕੂਲ ਇਜ਼ ਅ ਬਿਗ ਇੰਸਟੀਟਿਊਸ਼ਨ। ਪਿਆਰੇ ਵਿਦਿਆਰਥੀਓ, ਤੁਸੀਂ ਜਾਣਦੇ ਹੋ ਕਿ ਸਕੂਲ ਇੱਕ ਵੱਡੀ ਸੰਸਥਾ ਹੈਗੀ ਹੈ। Having many students and staff members, ਜਿਸ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਨੇ ਤੇ ਹੋਰ ਵੀ ਸਟਾਫ ਦੇ ਮੈਂਬਰ ਨੇ, ਜਿਵੇਂ ਤੁਹਾਡੇ ਟੀਚਰ ਹੋ ਗਏ, ਸਫਾਈ ਕਰਮਚਾਰੀ ਹੋ ਗਏ। It is impossible to run such an organization smoothly without maintaining discipline. ਤੇ ਅਜਿਹੀ ਸੰਸਥਾ ਦੀ ਸਾਂਭ ਸੰਭਾਲ ਕਰਨਾ ਅਨੁਸ਼ਾਸਨ ਤੋਂ ਬਿਨਾ ਬਹੁਤ ਮੁਸ਼ਕਲ ਹੁੰਦਾ ਹੈ। What will happen if? ਹੁਣ ਤੁਸੀਂ ਆਪ ਸੋਚੋ ਕੀ ਹੋਏਗਾ ਜੇਕਰ there is no fixed time at which the school opens. ਕੋਈ ਪੱਕਾ ਟਾਈਮ ਹੀ ਨਹੀਂ ਹੈ, ਨਿਸ਼ਚਿਤ ਸਮਾਂ ਹੀ ਨਹੀਂ ਹੈ ਜਦ ਸਕੂਲ ਖੁੱਲਣਾ ਹੈ। And if all are free to come to school at any time, ਤੇ ਤੁਹਾਨੂੰ ਛੂਟ ਦਿੱਤੀ ਗਈ ਹੈ ਵੀ ਤੁਸੀਂ ਕਿਸੇ ਵੀ ਟਾਈਮ ਸਕੂਲ ਆ ਸਕਦੇ ਹੋ, ਤਾਂ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ if the school does not open at a fixed time, ਜੇਕਰ ਸਕੂਲ ਨਿਯਮਿਤ ਸਮੇਂ ਤੇ ਨਹੀਂ ਖੁੱਲਦਾ, ਪੱਕਾ ਸਮਾਂ ਨਹੀਂ ਹੈ ਵੀ ਇਸ ਸਮੇਂ ਸਕੂਲ ਖੁੱਲਣਾ ਹੈ, and the kids are allowed to come at any time, ਤੇ ਬੱਚਿਆਂ ਨੂੰ ਇਜਾਜ਼ਤ ਦਿੱਤੀ ਹੋਈ ਹੈ ਵੀ ਤੁਸੀਂ ਕਿਸੇ ਵੀ ਟਾਈਮ ਆ ਜਾਓ, then there would be no discipline. ਤਾਂ ਫਿਰ ਤਾਂ ਆਪਾਂ ਇਹ ਕਹਿ ਸਕਦੇ ਅਨੁਸ਼ਾਸਨ ਹੋਏਗਾ ਹੀ ਨਹੀਂ। The timetable won't be followed, ਫਿਰ ਤਾਂ ਟਾਈਮ ਟੇਬਲ ਦਾ ਵੀ ਸਨਮਾਨ ਨਹੀਂ ਕੀਤਾ ਜਾਏਗਾ। And there would be total chaos in the school, ਤੇ ਸਕੂਲ ਦੇ ਵਿੱਚ ਹਫੜਾ ਤਫੜੀ ਗੜਬੜ ਹੀ ਹੋਏਗੀ। Kids who reach the school on time, ਤੇ ਜੇਕਰ ਉਹ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਸਕੂਲ ਤੇ ਟਾਈਮ ਸਿਰ ਆ ਜਾਂਦੇ ਨੇ, would not be able to study, ਉਹ ਪੜ੍ਹ ਨਹੀਂ ਪਾਉਂਗੇ, as everybody would have a different timetable to reach the school, ਕਿਉਂਕਿ ਹਰ ਕੋਈ ਆਪਣੇ ਮਨ ਹਿਸਾਬ ਸਕੂਲ ਆ ਰਿਹਾ ਹੈ, ਮਨ ਮੁਤਾਬਿਕ ਸਕੂਲ ਆ ਰਿਹਾ ਹੈ, ਤੇ ਟੀਚਰ ਕੀ ਪੜ੍ਹਾਉਣਗੇ ਤੇ ਬੱਚੇ ਕੀ ਸਿੱਖਣਗੇ। ਅੱਗੇ there is no fixed time at which the school closes, ਤੇ ਸਕੂਲ ਬੰਦ ਹੋਣ ਦਾ ਵੀ ਕੋਈ ਪੱਕਾ ਸਮਾਂ ਨਹੀਂ ਹੈ। We move out of the school without waiting for the final bell, ਤੇ ਸਕੂਲ ਦੀ ਜਿਹੜੀ ਘੰਟੀ ਹੁੰਦੀ ਆਖਰੀ ਉਹ ਵੱਜੇ ਬਗੈਰ ਹੀ ਤੁਸੀਂ ਬਾਹਰ ਨੂੰ ਨਿਕਲ ਜਾਂਦੇ ਹੋ, ਉਹਦੀ ਵੇਟ ਕੀਤੇ ਬਗੈਰ। ਫੇਰ ਕੀ ਹੋਏਗਾ? ਇਹਦਾ ਆਨਸਰ ਇਹ ਲਿਖਿਆ ਹੈ ਵਿਦਆਊਟ ਪ੍ਰੋਪਰ ਟਾਈਮ ਟੇਬਲ ਇਟ ਵੁੱਡ ਬੀ ਡਿਫਿਕਲਟ ਟੂ ਮੇਨਟੇਨ ਡਿਸਿਪਲਿਨ। ਜੇ ਟਾਈਮ ਟੇਬਲ ਨਹੀਂ ਹੋਏਗਾ ਵੀ ਕਦ ਘੰਟੀ ਵੱਜਣੀ ਹੈ ਜਾਂ ਉਹਦੀ ਵੇਟ ਨਹੀਂ ਹੋਏਗੀ, ਤਾਂ ਫਿਰ ਤੁਸੀਂ ਅਨੁਸ਼ਾਸਨ ਕਾਇਮ ਨਹੀਂ ਕਰ ਪਾਓਗੇ।
Kids would leave as per their liking. जद किसी दा मन किता वो अपना बोरिया बिस्तरा चक के चला जाऊगा. Teaching and learning would not take place in such a situation. ते अजिही स्थिति विच ना तां पढ़ाई लिखाई हो पाएगी, ना टीचर पढ़ा पाएंगे ते ना बच्चे पढ़ पाएंगे. अगला, we can go out of the classroom whenever we want. जेकर ये इजाजत होए भी जद मन करे क्लासरूम तो बाहर चले जाओ, फिर की होएगा? If kids are allowed to leave the classroom whenever they want, then nobody would follow the rules. जद मन किता चले गए तो फिर नियम कौन फॉलो करेगा? ओदी पालना तो कोई नहीं करूगा. The entire class would get disturbed by the coming and going of students in the class. ਤੇ ਬਾਕੀ ਦੇ ਬੱਚੇ ਜਿਹੜੇ ਪੜ ਰਹੇ ਨੇ ਉਹ ਤਾਂ ਡਿਸਟਰਬ ਹੋਣਗੇ. ਕੋਈ ਅੰਦਰ ਆ ਰਿਹਾ, ਕੋਈ ਬਾਹਰ ਜਾ ਰਿਹਾ, ਕੋਈ ਅੰਦਰ ਆ ਰਿਹਾ, ਬਾਹਰ ਜਾ ਰਿਹਾ. The teacher would not be able to teach properly. ਤੇ ਜਿਹੜੇ ਅਧਿਆਪਕ ਨੇ ਉਹ ਵੀ ਠੀਕ ਢੰਗ ਨਾਲ ਨਹੀਂ ਪੜਾ ਪਾਣਗੇ. ਅੱਗੇ ਚੱਲਦੇ ਹਾਂ. ਇੱਥੇ ਲਿਖਿਆ ਹੈ, these things appear to be unusual. ਇਹ ਜਿਹੜੀਆਂ ਚੀਜ਼ਾਂ ਨੇ ਇਹ ਅਸਧਾਰਨ ਲੱਗਦੀਆਂ ਨੇ. Without rules and regulations, discipline cannot be maintained by any institution. ਨਿਯਮਾਂ ਤੋਂ ਬਿਨਾ ਕਿਸੇ ਵੀ ਸੰਸਥਾ ਦੇ ਵਿੱਚ ਤੁਸੀਂ ਅਨੁਸ਼ਾਸਨ ਨੂੰ ਨਹੀਂ ਲੈ ਕੇ ਆ ਸਕਦੇ. ਅੱਗੇ ਚੱਲਦੇ ਹਾਂ. ਐਕਟੀਵਿਟੀ ਦਿੱਤੀ ਹੋਈ ਹੈ ਇੱਥੇ. ਨਾਓ ਵੀ ਵਿਲ ਪਲੇ ਅ ਵੈਰੀ ਇੰਟਰਸਟਿੰਗ ਗੇਮ. ਹੁਣ ਅਸੀਂ ਇੱਕ ਬਹੁਤ ਦਿਲਚਸਪ ਖੇਡ ਖੇਡਾਂਗੇ. ਐਜ਼ ਯੂ ਨੋ, ਸਮ ਰੂਲਸ ਹੈਵ ਟੂ ਬੀ ਫੋਲੋਡ ਇਨ ਐਵਰੀ ਗੇਮ. ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਕਿਸੇ ਵੀ ਖੇਡ ਨੂੰ ਖੇਡਣ ਦੇ ਲਈ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ. Similarly, you have to follow the instructions. ਤੇ ਉਵੇਂ ਹੀ ਤੁਹਾਨੂੰ ਨਿਰਦੇਸ਼ਾਂ ਦਾ ਵੀ ਪਾਲਣ ਕਰਨਾ ਪੈਂਦਾ ਹੈ, ਨਿਯਮਾਂ ਦਾ ਵੀ ਤੇ ਨਿਰਦੇਸ਼ਾਂ ਦਾ ਵੀ. Now, you have to stand in a circle. ਹੁਣ ਤੁਸੀਂ ਸਾਰਿਆਂ ਨੇ ਇੱਕ ਸਰਕਲ ਦੇ ਵਿੱਚ ਐਵੇਂ ਕਰਕੇ ਮੰਨ ਲਓ ਖੜੇ ਹੋ ਜਾਓਗੇ ਤੁਸੀਂ. Certain words will be spoken. ਤੇ ਕੁਝ ਸ਼ਬਦ ਜਿਹੜੇ ਨੇ ਉਹ ਬੋਲੇ ਜਾਣਗੇ. You have to act according to the words you listen. ਤੇ ਜਿਵੇਂ ਜਿਵੇਂ ਸ਼ਬਦ ਹੋਏਗਾ ਉਸ ਅਨੁਸਾਰ ਤੁਸੀਂ ਕੋਈ ਕੰਮ ਕਰਕੇ ਦਿਖਾਣਾ ਹੈ. If you don't follow the rules, ਤੇ ਜੇਕਰ ਤੁਸੀਂ ਨਿਯਮਾਂ ਦਾ ਪਾਲਣ ਨਹੀਂ ਕਰੋਗੇ, you will be out of the game. ਤੇ ਤੁਸੀਂ ਖੇਡ ਤੋਂ ਬਾਹਰ ਹੋ ਜਾਓਗੇ. Ready? ਸਭ ਤੋਂ ਪਹਿਲਾਂ, move in the room wherever you like. ਤੁਸੀਂ ਇੱਥੋਂ ਜਾਣਾ ਹੈ ਉਸ ਕਮਰੇ ਦੇ ਵਿੱਚ ਜਿਹੜਾ ਕਮਰਾ ਤੁਹਾਨੂੰ ਪਸੰਦ ਹੈਗਾ. Second instruction ਆਈ, stop. ਉੱਥੇ ਹੀ ਰੁਕ ਜਾਓ. ਤੀਜੀ ਇੰਸਟਰਕਸ਼ਨ ਆਈ, ਜੰਪ, ਛਾਲ ਮਾਰੋ. ਚੌਥੀ, ਉੱਥੇ ਹੀ ਬੈਠ ਜਾਓ, ਸਿਟ. ਓਕੇ, ਇਹ ਤਾਂ ਇੱਕ ਖੇਡ ਸੀ. ਨਾਓ ਈਚ ਵਰਡ ਵਿਲ ਹੈਵ ਅ ਡਿਫਰੈਂਟ ਮੀਨਿੰਗ. ਹੁਣ ਇਹ ਜਿਹੜੇ ਵਰਡਸ ਨੇ ਇਹਨਾਂ ਦੇ ਆਮ ਮਤਲਬ ਤੋਂ ਵੱਖ ਮਤਲਬ ਹੋਏਗਾ ਇਹਨਾਂ ਦਾ, ਜਿਵੇਂ ਕਿ ਥੱਲੇ ਦਿੱਤਾ ਹੋਇਆ. ਯੂ ਹੈਵ ਟੂ ਐਕਟ ਅਕੋਰਡਿੰਗਲੀ. ਮਤਲਬ ਵਰਡ ਉਹੀ ਬੋਲਾਂਗੇ ਪਰ ਕਰਨਾ ਕੁਝ ਹੋਰ ਹੈ. ਜਿਵੇਂ ਇੱਥੇ ਦੱਸਿਆ ਗਿਆ, ਜੇ ਤੁਹਾਨੂੰ ਬੋਲਾ ਜਾ ਰਿਹਾ ਹੈ ਸਟਾਪ, ਉਹਦਾ ਮਤਲਬ ਹੁੰਦਾ ਰੁਕਣਾ, ਪਰ ਤੁਸੀਂ ਉਸ ਸਮੇਂ ਹਿਲਣਾ ਹੈ. move, you are to move when asked to stop. जब रुकण ਨੂੰ ਕਿਹਾ ਜਾਏਗਾ ਤਾਂ ਤੁਸੀਂ ਹਿਲਣਾ ਹੈ, move ਕਰਨਾ ਹੈ. जब jump ਕਰਨ ਨੂੰ ਕਿਹਾ ਜਾਏਗਾ ਤਾਂ ਤੁਸੀਂ ਰੁਕਣਾ ਹੈ, stop ਕਰਨਾ ਹੈ. sit, ਬੈਠਣ ਨੂੰ ਕਿਹਾ ਜਾਏਗਾ ਤਾਂ ਫਿਰ ਵੀ ਤੁਸੀਂ ਹਿਲਣਾ ਹੈ, move ਕਰਨਾ ਹੈ. ਇਹ ਵੀ ਗੇਮ ਹੈਗੀ ਹੈ. As you can see, many students are now out of the game because they did not follow the instructions. ਤੇ ਇਹ ਜਿਹੜੀ ਗੇਮ ਹੈਗੀ ਹੈ ਜਦ ਬੱਚੇ ਖੇਲਣਗੇ ਤੁਸੀਂ ਦੇਖੋਗੇ ਕਿ ਬੱਚੇ ਛੇਤੀ ਆਊਟ ਹੋ ਜਾਂਦੇ ਕਿਉਂਕਿ ਉਹ ਇਹ ਨਿਰਦੇਸ਼ਾਂ ਦਾ ਪਾਲਣ ਨਹੀਂ ਕਰ ਰਹੇ. Similarly, if we don't follow the rules and regulations in the school, we will not be able to learn thoroughly. ਉਸੇ ਤਰੀਕੇ ਨਾਲ ਜਿਵੇਂ ਖੇਡ ਦੇ ਨਿਯਮ ਹੁੰਦੇ ਨੇ, ਸਕੂਲ ਦੇ ਸੰਸਥਾ ਦੇ ਵੀ ਨਿਯਮ ਹੁੰਦੇ ਨੇ, ਤੇ ਜੇਕਰ ਆਪਾਂ ਉਹਨਾਂ ਨਿਯਮਾਂ ਦਾ ਪਾਲਣ ਨਹੀਂ ਕਰਾਂਗੇ ਤਾਂ ਅਸੀਂ ਚੰਗੀ ਤਰ੍ਹਾਂ ਪੜ੍ਹ ਲਿਖ ਨਹੀਂ ਪਾਵਾਂਗੇ. ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ. ਨਾਓ the whole class will be divided into 4 groups. ਪੂਰੀ ਦੀ ਪੂਰੀ ਕਲਾਸ ਨੂੰ ਤੁਸੀਂ 4 ਗਰੁੱਪਸ ਦੇ ਵਿੱਚ ਵੰਡ ਦਿਓ. You have to sit according to your team. ਤੁਸੀਂ ਆਪਣੀ ਟੀਮ ਜਿਹੜੀ ਹੈਗੀ ਉਹਦੇ ਹਿਸਾਬ ਨਾਲ ਬੈਠਣਾ ਹੈ. Each group will select its leader. ਹਰ ਗਰੁੱਪ ਦਾ ਇੱਕ ਲੀਡਰ ਹੋਏਗਾ. The group leader will observe if the team members are following the given rules properly or not. ਤੇ ਜਿਹੜਾ ਲੀਡਰ ਹੈਗਾ ਉਹ ਚੈੱਕ ਕਰੇਗਾ ਵੀ ਮੇਰੀ ਟੀਮ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਇਹਨਾਂ ਦਿੱਤੇ ਨਿਯਮਾਂ ਨੂੰ ਫੋਲੋ ਕਰ ਰਹੇ ਨੇ ਜਾਂ ਨਹੀਂ ਕਰ ਰਹੇ. ਤੁਹਾਡੇ ਸਕੂਲ ਵਿੱਚ ਵੀ ਹੋਏਗਾ ਜਿਵੇਂ ਮੋਨੀਟਰ ਚੈੱਕ ਕਰਦਾ, ਉਵੇਂ ਹੀ ਆਪਾਂ ਕਲਾਸ ਨੂੰ 4 ਹਿੱਸਿਆਂ ਵਿੱਚ ਵੰਡ ਕੇ ਚਾਰੋਂ ਹਿੱਸਿਆਂ ਦੇ ਇੱਕ ਮੋਨੀਟਰ ਬਣਾ ਦੇਣੇ ਨੇ. They will keep records for the whole week. ਤੇ ਜਿਹੜੇ ਟੀਮ ਲੀਡਰ ਹੋਣਗੇ ਆ ਟੇਬਲ ਦਿੱਤਾ ਹੋਇਆ ਜਿਵੇਂ ਇੱਥੇ, ਉਵੇਂ ਹੀ
टीम लीडर ਜਿਹੜੇ ਹੈਗੇ ਨੇ ਉਹ ਟੀਮ ਦੇ ਦੱਸਣਗੇ ਵੀ ਕਿੰਨੇ ਬੱਚਿਆਂ ਨੇ ਇਹ ਗੱਲਾਂ ਦਾ ਪਾਲਨ ਕੀਤਾ ਪੂਰੇ ਹਫਤੇ। ਸਭ ਤੋਂ ਪਹਿਲੀ ਗੱਲ ਜਿਹਦਾ ਪਾਲਨ ਕਰਨਾ ਉਹ ਹੈਗੀ ਹੈ ਪੰਚੁਅਲਿਟੀ, ਯਾਨੀ ਸਮੇਂ ਦੇ ਪਾਬੰਦ ਹੋਣਾ, ਵੀ ਬੱਚੇ ਸਕੂਲ ਸਮੇਂ ਸਿਰ ਆਉਂਦੇ ਨੇ, ਪੜ੍ਹਦੇ ਨੇ, ਕੰਮ ਸਮੇਂ ਸਿਰ ਕਰਦੇ ਨੇ। ਦੂਜੀ ਚੀਜ਼ ਜਿਹੜੀ ਚੈੱਕ ਹੋਏਗੀ ਉਹ ਹੈ ਪ੍ਰੋਪਰ यूनिफॉर्म, वर्दी सही पाते ने। तीजा कंप्लीशन ऑफ होमवर्क डेली, के अपना होमवर्क रोजाना खत्म करते ने। चौथा रिस्पैक्ट फॉर टीचर्स, की अध्यापकों का आदर करते हैं। पंजवां कोऑपरेशन विद अदर स्टूडेंट्स इन द क्लास, दूजे जिहड़े सहपाठी ने या विद्यार्थी ने उन्हां दा सहयोग करते हैं, उन्हां दी मदद करते हैं। ते छेवां मेनटेन द बुक्स एंड नोटबुक्स, भी अपनी कॉपियां किताबां फाड़दे तां नहीं, सही तरीके नाल रखदे है कि नहीं, तां तुसीं इहदा रिकॉर्ड रखना है, अपने स्कूल दे टीचर नूं देना है। हुण इत्थे एक होर एक्टिविटी दित्ती हुई है। Dear students, now we have realized how important it is for us to follow the school rules. प्यारे विद्यार्थियों, हुण सानू ये एहसास हो गया है कि स्कूल दे नियमां दा पालन करना साडे लई कितना जरूरी है। We hope that the team leaders have supported and guided their team members. ਤੇ ਅਸੀਂ ਉਮੀਦ ਕਰਦੇ ਹਾਂ ਵੀ ਟੀਮ ਦੇ ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਦਾ ਸਹਿਯੋਗ ਕੀਤਾ ਗਿਆ ਟੀਮ ਲੀਡਰਸ ਦੁਆਰਾ ਉਪਰੋਕਤ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕਰਨ ਦੇ ਲਈ। Now all the students prepare his her report according to the table given below. ਇੱਕ ਤਾਂ ਰਿਪੋਰਟ ਲੀਡਰਾਂ ਨੇ ਬਣਾਣੀ ਸੀ, ਹੈ ਨਾ। ਹੁਣ ਹਰੇਕ ਬੱਚੇ ਨੇ ਵੀ ਆਪਣੀ ਇਹੋ ਜੀ ਰਿਪੋਰਟ ਬਣਾਣੀ ਹੈ 5 ਦਿਨਾਂ ਦੀ, ठीक है। पहला दिन, दूजा दिन, तीजा, चौथा ते पंजवां। पहले दिन की तुसी पंचुअल सी, जे सीगे तां टिक मार देना। यूनीफॉर्म पाई सी, ऐदां होमवर्क कंप्लीट किया सी पहले दिन, उवें दूजे दिन, उवें तीजे, चौथे, पंजवें ये टेबल तुसी पूरा करना, ठीक है ना। जे तुसी नहीं किया किसी दिन कोई काम इत्थे लिखिया होया उस दिन तुसी कांटा मार देना, ते जे टिक हैगा उहदा 1 नंबर देना है तुसी, जे कांटा हैगा उहदा कोई नंबर नहीं मिलूगा, 0। उस तो बाद तुसी हर रोज अपना स्कोर चेक करना है। भी एक दिन मान लो तुहाडा स्कोर हैगा 6 विचों 5, इत्थे हैगा 4, फिर 5, फिर 3, फिर 5, एवें करदे करदे तुसी स्कोर देना है, अपने आप नूं नंबर देने ने। ते जे तां तुहाडा टोटल करके ना सारियां दा स्कोर 7, 0 तो 7 तक आ रहा है, यानी कि तुसी घट स्कोर किया है। जे 8 तो लैके 22 नंबर मिल रहे ने तुहानूं तां एवरेज है, मतलब तुहानूं इंप्रूव करन दी लोड़ हैगी है, बेहतर बनन दी लोड़ हैगी है। ते जे 23 तो 30 नंबर तक आ रहे यानी वधिया काम कर रहे हो, तां इत्थे यही लिखिया भी जे तां हाई स्कोर हैगा तां कहा गया वेल डन, कीप इट अप, बहुत चंगा कर रहे हो, पर तुसी होर इंप्रूव कर सकते हो, दूजिਆਂ ਨੂੰ प्रोत्साहित कर सकते हो। जे एवरेज है, विच विचाले जे नंबर हैगे ने, फिर भी वेरी गुड, still need to work and try to improve your scores, यानी अजे भी काम करन दी लोड़ हैगी अपने ऊपर ते अपने नंबरां नूं वधाउण दी कोशिश करो। ते जे लो स्कोर हैगा, बहुत घट हैगा, तां रिक्वायर अ वेरी स्ट्रिक्ट वॉच ऑन योर बिहेवियर, तां तुहाडे व्यवहार ते बहुत सख्त नज़र रखण दी लोड़ हैगी है। नीड्स टू इंप्रूव अ लॉट, तुहाडा जिहड़ा व्यवहार है उहनूं इंप्रूव करन दी बहुत लोड़ हैगी है। Now keep a record of the behavior, हुण ऐंदा करके रिकॉर्ड रखना है तुसी अपने बिहेवियर दा। होप यू विल ट्राई टू इंप्रूव योर स्कोर्स, ते तुसी हर हफ्ते कर सकते हो, तो देखो तुहाडे स्कोर जिहड़े ने वो इंप्रूव हुंदे ने, नंबर वधदे ने कि नहीं। अगे चलदे हैं, एक्टिविटी दित्ती हुई है। डियर स्टूडेंट्स, नाउ we will talk about the discipline areas to be maintained inside the school. प्यारे विद्यार्थियों, हुण असी स्कूल दे अंदर जानन दी कोशिश करांगे भी किहड़े खेतर ने जिन्हां च सानू अनुशासन रखण दी लोड़ हैगी। फिल द फॉलोइंग रेटिंग स्केल, हुण तुसी इत्थे इहनूं भरना है। इत्थे स्टेटमेंट्स दित्तियां होईयां ने, तुसी दसना है कि तुसी ऑलवेज हमेशा यही काम करदे हो, कदे कदे करदे हो यानी कई बार करदे हो, समटाइम्स, रेयरली दा मतलब बहुत ही घट, ते नेवर दा मतलब कदे भी नहीं करदे। ਤਾਂ ਚਲੋ ਸ਼ੁਰੂ ਕਰਦੇ ਹਾਂ ਇੱਥੇ ਵੀ ਕਿਹੜੇ ਕੰਮ ਆਪਾਂ ਹਮੇਸ਼ਾ ਕਰਦੇ ਹਾਂ ਤੇ ਕਿਹੜੇ ਕਦੇ ਵੀ ਨਹੀਂ, ਕਦੇ ਕਦੇ ਜਾਂ ਬਹੁਤ ਘੱਟ। ਪਹਿਲਾ, I come to school on time, ਕਿ ਮੈਂ ਸਕੂਲ ਸਮੇਂ ਸਿਰ ਆਂਦਾ ਹਮੇਸ਼ਾ। ਸੈਕਿੰਡ, ਤੁਸੀਂ ਆਪਣੇ ਹਿਸਾਬ ਨਾਲ ਭਰਿਓ, ਜੇ ਤੁਸੀਂ ਬਹੁਤ ਘੱਟ ਜਿਹੜਾ ਹੈ ਟਾਈਮ ਸਿਰ ਪਹੁੰਚਦੇ ਹੋ ਸਕੂਲ ਤਾਂ ਇਹ ਆਏਗਾ, ਜੇ ਜ਼ਿਆਦਾ ਟਾਈਮ ਸਕੂਲ सही टाइम ते पहुंच जाते हो पर हमेशा नहीं तो फिर ये आएगा, जे कदे भी नहीं टाइम से पहुंचते तो फिर इत्थे टिक मारना।
ठीक है। अगला हैगा while going for morning assembly I move in a queue। जद ਆਪਾਂ ਸਵੇਰ ਦੀ ਸਭਾ ਲਈ ਜਾਂਦੇ ਹਾਂ ਤਾਂ ਮੈਂ ਕਤਾਰ ਵਿੱਚ ਜਾਂਦਾ ਹਾਂ। ਬਿਲਕੁਲ। I keep on talking with my friends while the prayer national anthem is going on। जद स्कूल विच प्रार्थना हो रही है, राष्ट्र गीत चल रहा है, मैं अपने दोस्तों नाल गलबात करता रहना है, कदे भी नहीं। I push other students and break the queue। मैं दूजे लोगों नूं धक्का मारदा कतार दे विच ते कतार तोड़न दी कोशिश करना, नहीं करना चाहिए कदे भी नहीं। पंजवां, when the teacher leaves the classroom at the end of the period I make noise and fight with other students। जदों अध्यापक क्लास जिहड़ी खत्म हो जाती है, पीरियड खत्म हो जाता है, उस तो बाद चले जाते हैं, तो फिर मैं दूजिया नाल लड़ना, आवाज करना, इदा मैं कदे नहीं करता। I bunk my class and go to canteen। मैं अपनी क्लास छड़ के कैंटीन चला जाता, बिल्कुल भी नहीं। While passing through the school corridor I walk silently। स्कूल दे गलियारे या ਜਿਹੜਾ ਰਸਤਾ ਹੈ ਉਹਦੇ ਵਿੱਚੋਂ ਜਦ ਮੈਂ ਨਿਕਲਦਾ ਇੱਕ ਕਲਾਸ ਤੋਂ ਦੂਜੀ ਕਲਾਸ ਤਾਂ ਮੈਂ ਚੁੱਪਚਾਪ ਨਿਕਲਦਾ ਬਿਨਾਂ ਆਵਾਜ਼ ਕੀਤੇ। ਯੈਸ। I keep on playing in the playground even after the sports period gets over। मैं खेडदा रहंदा अपने खेड दे मैदान दे विच स्कूल दे ईवन तद भी जद गेम्स पीरियड खत्म हो जाता है, कदे नहीं। फिर वापस जाके पढ़ना चाहिए है ना। नौवां, I come to school in proper uniform। प्रॉपर वर्दी पा के आना। I maintain discipline while having midday meal and keep the utensils at proper place after finishing meals। मैं ਜਿਹੜਾ ਖਾਣਾ ਸਕੂਲ ਦੇ ਵਿੱਚ ਮਿਲਦਾ ਅੱਧੀ ਛੁੱਟੀ ਵੇਲੇ ਉਹ ਚੰਗੀ ਤਰ੍ਹਾਂ ਖਾ ਕੇ ਖਤਮ ਕਰਦਾ, ਡਿਸਪਲਿਨ ਅਨੁਸ਼ਾਸਨ ਨਾਲ ਖਾਂਦਾ ਤੇ ਜਿਹੜੇ ਬਰਤਨ ਨੇ ਉਹ ਸਹੀ ਥਾਂ ਤੇ ਰੱਖਣਾ ਹਮੇਸ਼ਾ। ਹੁਣ ਇਹਦਾ ਜਵਾਬ ਆਪਾਂ ਦੇਤਾ। ਹੁਣ ਤੁਸੀਂ ਆਪਣੇ ਆਪ ਨੂੰ ਨੰਬਰ ਕਿਵੇਂ ਦੇਣੇ ਨੇ? ਮੰਨ ਲਓ ਤੁਸੀਂ ਪਹਿਲੇ ਤੇ ऑलवेज मार्क किया है तो थानू 4 नंबर मिल जाएंगे। आ देखो पहले सवाल ते ऑलवेज मार्क किया है, इत्थे 4 नंबर हो गए। दूजे ते भी ऑलवेज मार्क किया है, इत्थे 4 हो गए। तीजे वाला आपां नेवर ते किया है, तीजे वाला आपां नेवर ते किया है, ओदे 4 नंबर ने। एवें कर करके तुसी अपने नंबर गिन लेने ने, ठीक है। जे तुहाडे 10 तो 17 विच नंबर ने यानी इंप्रूवमेंट की लोड़ हैगी है, घट हैगे नंबर। 18 तो 32 तक हैगे ने एवरेज स्कोर। 33 to 40 है मतलब अबव एवरेज है, पर फिर भी मतलब ठीक ठाक है, फिर भी तुसी इंप्रूव कर सकते हो। देयर इज ऑलवेज अ स्कोप ऑफ इंप्रूवमेंट ना, हमेशा सुधार की गुंजाइश रहती है। सो यू हैव टू कंट्रीब्यूट इन मेंटेनिंग द डिसिप्लिन ऑफ योर स्कूल बाय इंप्रूविंग योर बिहेवियर। ਤਾਂ ਇਸ ਲਈ ਤੁਹਾਨੂੰ ਆਪਣੇ ਵਿਵਹਾਰ ਵਿੱਚ ਸੁਧਾਰ ਕਰਕੇ ਆਪਣੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਦੇ ਵਿੱਚ ਯੋਗਦਾਨ पाना ही चाहिए। इत्थे एक्टिविटी दिती हुई है। डियर स्टूडेंट्स, होप यू ऑल हैव ट्राइड वेल टू इंप्रूव योर बिहेवियर। प्यारे विद्यार्थियों, उम्मीद है कि तुसी सारियां ने अपने व्यवहार नू सुधारन दी चंगी कोशिश कीती है एंड contributed to the school discipline by following rules and regulations। ਅਤੇ ਨਿਯਮਾਂ ਦਾ ਪਾਲਨ ਕਰਕੇ ਤੁਸੀਂ ਆਪਣੇ ਸਕੂਲ ਦੇ ਵਿੱਚ ਅਨੁਸ਼ਾਸਨ ਲਿਆਉਣ ਦੇ ਵਿੱਚ ਯੋਗਦਾਨ ਪਾਇਆ। ਨਾਓ ਮੇਕ 4 ਟੀਮਸ। ਹੁਣ ਤੁਸੀਂ 4 ਟੀਮਾਂ ਬਣਾਓ ਐਂਡ ਡਿਸਕਸ ਯੋਰ ਵਿਊਜ਼ ਵਿਦ ਯੋਰ ਟੀਮ ਮੈਂਬਰਸ। 4 ਟੀਮਾਂ ਬਣਾਓ ਅਤੇ ਆਪਣੇ ਜਿਹੜੇ ਵਿਚਾਰ ਨੇ ਉਹ ਮੈਂਬਰਸ ਦੇ ਨਾਲ ਸਾਂਝੇ ਕਰੋ ਔਨ ਹਾਊ you can follow the rule laid down by the school in a better way। ਹੁਣ ਚਰਚਾ ਕੀ ਕਰਨੀ ਹੈ? इस गल बारे चर्चा करनी है भी स्कूल द्वारा जेडे नियम रखे गए ने उन्हां दा बेहतर पालन तुसी किवें कर सकते हो। ईच टीम मेंबर विल राइट 2 suggestions on a slip। 4 टीमां ने, हर टीम 2-2 सुझाव देगी पर्ची ते लिख के एंड विल गिव टू हिज हर टीम लीडर। ते वो अपने टीम लीडर नु दे देंगे 2-2 सुझाव हर टॉपिक ते। जिवें पहली टीम एदे ते देगी 2, एदे ते इको टॉपिक ते 2-2, फिर दूजा टॉपिक आएगा ओदे ते भी सारियां ने 2-2 सुझाव देने ने। द लीडर विल राइट डाउन द ऑब्टेन्ड सजेशंस ऑन द ब्लैक बोर्ड। फिर जेड़े भी सुझाव आए ने वो जाके लीडर किदे ते लिख देंगे? अपने अपने ब्लैक बोर्ड ते लिख देंगे। जिवें पहला टॉपिक जिहड़ा है टीम दे कोल वो हैगा डिसिप्लिन इन क्लासरूम। तुसी चाहो तो एक टॉपिक दे सकते हो टीम्स नू, पर मैं चाहुंदी हां भी चारों दियां चारों टीम सारे टॉपिक्स ते बोलन। ਤੇ ਤੁਸੀਂ ਕਲਾਸਰੂਮ ਦੇ ਵਿੱਚ ਅਨੁਸ਼ਾਸਨ ਕਿਵੇਂ ਲੈ ਕੇ ਆ ਸਕਦੇ ਹੋ? ਦੇਖੋ ਮੇਰੇ ਜਿਹੜੇ ਸੁਝਾਅ ਨੇ ਉਹ ਇਹ ਹੈਗੇ ਨੇ। ਅਨੁਸ਼ਾਸਨ ਆ ਸਕਦਾ ਹੈ ਰਿਜ਼ੋਲਵ ਇਸ਼ੂਜ਼
फ्रॉम द बिगिनिंग, शुरुआत तो ही जे कोई मसले ने उन्होंने सुलझा दो। इस्टैबलिश प्रॉपर प्रोटोकॉल्स एंड प्रोसीजर्स, मतलब जेड़े कायदे कानून ने है ना, प्रतिक्रिया की होएगी वो पहला तो ही दस दो बच्चों नू। एक्सप्लेन द रूल्स, उन्होंने पहला तो ही नियम समझा दो। प्रैक्टिस व्हाट वी लर्न, जो आप किताबां च पढ़ते हैं भी वड्डियां दा आदर करो, उन्होंने प्रैक्टिस भी करो, लागू करो। रिवॉर्ड गुड बिहेवियर, जे कोई चंगा व्यवहार करता है उन्होंने रिवॉर्ड करो, इनाम दो। बी फेयर, डिसिप्लिन ताही मेंटेन होता है जे गलत जो कर रहे हैं सजा दी जाए। अगला टॉपिक है डिसिप्लिन इन प्लेग्राउंड, खेड के मैदान दे विच तुसी किवें अनुशासन लेके आ सकते हो। ओदा आंसर मैं ए लिखिया है, मेक प्लेग्राउंड रूल्स क्लियर एंड स्टिक टू देम। खेड दे जेड़े मैदान दे नियम हैगे ने उन्हां नू दसो बच्चों नू ते उन्हां दी पालना करो। प्रिवेंट मिसयूज ऑफ द प्लेग्राउंड, प्लेग्राउंड का गलत इस्तेमाल नहीं होना चाहिए भी बच्चे जाके फुल पट रहे ने, जेड़ा ग्राउंड बनया होया उन्होंने खराब कर रहे ने, गंद सिट रहे ने। ऑर्गेनाइज प्लेग्राउंड गेम्स, बच्चों गेम्स दसो केड़ियां ने और उन्होंने खड़ाओ। यूज रिस्पैक्टफुल डिसिप्लिन, ये नहीं भी जे कोई हार गया खेड के मैदान दे विच ते तुसी कहो नहीं नहीं अच्छा ठीक है तू जित गया मैं नहीं हारिया, उवें दियां गल्लां नहीं होनियां चाहिए। गेम्स के पहले ही नियम क्लीयर होने चाहिए ने। अगला मीडिएट कॉन्फ्लिक्ट इफ देयर इज एनी, जेकर कोई लड़ाई हो जाती है तो उसका सही तरीके दे नाल निपटारा करना जरूरी है। डिसिप्लिन ड्यूरिंग रिसेस, अद्धी छुट्टी वेले किवें आपां डिसिप्लिन लेके आ सकते हैं। आस्क किड्स टू लीव एंड कम द क्लास इन क्यूज, जेड़े बच्चे ने वो क्लास दे विचों जद बाहर जाण या अंदर आन तां लाइनां या कतारां विच जाण। Tell kids to first finish their food before going to the playground, खेडन नहीं दौड़ना चाहिए, सीधा पहला खाना खत्म करना चाहिए, उन्होंने दसो। रिवॉर्ड गुड बिहेवियर, जे कोई चंगा काम करता जिवें हाथ धो के खाना खाना या अपना खाना पूरा खत्म करना तो सारे सामने उन्होंने ओदी प्रशंसा करो। डू नॉट लिटर इन द प्लेग्राउंड ड्यूरिंग रिसैस और अदरवाइज, जेड़ा प्लेग्राउंड हैगा उहदे विच गंद ना सिटो रिसैस दे विच या उदा भी। Set rules so that kids don't destroy the school property during the recess, ਇਹ ਜਿਹੇ ਨਿਯਮ ਸੈੱਟ ਕਰੋ ਤਾकि ਬੱਚੇ ਜਿਹੜੇ ਨੇ ਸਕੂਲ ਦੀ ਪ੍ਰਾਪਰਟੀ ਜਿਹੜੀ ਹੈ ਉਹ ਡਿਸਟਰੋਏ ਨਾ ਕਰਨ, ਖਰਾਬ ਨਾ ਕਰਨ ਬ੍ਰੇਕ ਦੇ ਵਿੱਚ, ਹੈ ਨਾ। ਅਗਲਾ ਡਿਸਿਪਲਿਨ ਡਿਊਰਿੰਗ ਅਸੈਂਬਲੀ, ਅਸੈਂਬਲੀ ਦੇ ਦੌਰਾਨ ਕਿਵੇਂ ਤੁਸੀਂ ਪ੍ਰਸ਼ਾਸਨ ਰੱਖ ਸਕਦੇ ਹੋ। To maintain discipline, make sure that the assembly is an interactive session so that kids don't feel bored and start to misbehave. बच्चे गलत काम तद करते हैं जब बोर हो जाते हैं, तो जिहड़ी assembly है ਉਹਦੇ ਵਿੱਚ ਇਹ ਜਿਹੇ ਕੰਮ ਰੱਖੋ ਕਿ ਉਹਨਾਂ ਨੂੰ ਲੱਗੇ ਕਿ ਵਧੀਆ ਚੱਲ ਰਿਹਾ ਹੈ। Deal with their problems right from the start. ਕਈ ਵਾਰ ਇਦਾਂ ਹੁੰਦਾ ਹੈ ਬੱਚਾ ਫੇਂਟ ਹੋ ਕੇ ਗਿਰ ਜਾਂਦਾ ਹੈ ਤੇ ਅਸੀਂ ਉਹਦੀ ਗੱਲ ਨਹੀਂ ਸੁਣਦੇ ਤੇ ਬੱਚੇ ਨੂੰ ਲੱਗਦਾ ਇਹਨਾਂ ਨੇ ਕਿਹੜੀ ਮੇਰੀ ਗੱਲ ਸੁਣਨੀ ਹੈ। ਤਾਂ ਪ੍ਰੋਬਲਮ ਕੋਈ ਲੜਾਈ ਹੋਏ, ਕੋਈ ਬਿਮਾਰ ਹੋਏ, ਕੋਈ ਲੇਟ ਕਿਉਂ ਆਇਆ, ਉਹ ਸ਼ੁਰੂਆਤ ਤੋਂ ਹੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। हैव गुड कंट्रोल प्रोसीजर्स टू प्रिवेंट प्रॉब्लम्स, पहला ही नियम सैट कर दो, कंट्रोल करो चीज़ों नूं ताकि प्रॉब्लम्स ना होण कि किवें उन्हां नूं रोका जा सके। जिवें बहुत सारी हफड़ा तफड़ी हो जाती है ना प्लेग्राउंड दे विच असैंबली दे टाइम ते, तां पहलां ही बच्चों नूं कतारां विच लैके आओ। टीच द रूल्स एंड रेगुलेशंस टू किड्स इन एडवांस, पहला तो ही उन्होंने नियमां बारे दस दो स्कूल दे ये नियम ने इन्हां दी पालना करनी है। किड्स शुड नॉट टॉक ड्यूरिंग असैंबली, उन्होंने पहला ही दस दो भी असैंबली दे दौरान, सवेर दी सभा दे दौरान गलबात नहीं करनी। किड्स शुड रीच एंड लीव द क्लासरूम इन अ प्रॉपर क्यू, यानी जब सवेर दी सभा तो वापस जाते ने या आ रहे होंगे ने सवेर दी सभा लई क्लासरूम तो उन्होंने कतार दे विच आना चाहिए हैगा, एवें झुंड बना के नहीं आना चाहिए। तो ये सारिया गल्लां तुसीं इत्थे लिख सकते हो। हुण अगे लिखिया है ऑल द स्टूडेंट्स हैव डन वेल इन द अबव एक्टिविटी, उपरोक्त गतिविधि विच सारे विद्यार्थियों ने वधिया काम कीता है। Hope you have understood the importance of following school rules and regulations, ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਸਕੂਲ ਦੇ ਨਿਯਮਾਂ ਦਾ ਪਾਲਣ ਕਰਨ ਦੀ ਮਹੱਤਵਤਾ ਬਾਰੇ ਸਮਝ ਲਿਆ ਹੈ ਕਿ ਉਹ ਕਿੰਨਾ ਜ਼ਰੂਰੀ ਹੈ। Note down all the suggestions written on the blackboard and always follow them, ਜਿਹੜੇ ਵੀ ਬਲੈਕਬੋਰਡ ਤੇ ਸੁਝਾਅ ਦਿੱਤੇ ਗਏ ਨੇ ਉਹਨਾਂ ਨੂੰ ਨੋਟ ਕਰੋ ਤੇ ਉਹਨਾਂ ਦੀ ਪਾਲਣਾ ਵੀ ਕਰੋ। ਜੇ ਕੋਈ ਹੋਰ ਸੁਝਾਅ ਨੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਤੇ ਇਹ ਸੀ ਅੱਜ ਦੀ ਕਲਾਸ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਇਹ ਚੈਪਟਰ। ਹੁਣ ਆਪਾਂ ਅਗਲੀ ਕਲਾਸ ਵਿੱਚ ਮਿਲਾਂਗੇ, ਪਰ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।